देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਚੰਡੀਗੜ੍ਹ ਵਿੱਚ ਜਿਹੜੇ ਕੋਵਿਡ ਪੇਸ਼ੈਂਟ ਆ ਉਹ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ। ਇਸੇ ਕਰਕੇ ਪ੍ਰਸ਼ਾਸਨ ਨੇ ਆਮ ਆਦਮੀ ਨੂੰ ਵੀ ਆਪਣੇ ਕੋਵਿਡ ਸੈਂਟਰ ਜਾਂ ਜਿਹੜੀਆਂ ਆਮ ਸੰਸਥਾਵਾਂ NGO ਹੈ ਉਹਨਾਂ ਨੂੰ ਕਿਹਾ ਵੀ ਆਪਣੇ ਕੋਵਿਡ ਸੈਂਟਰ ਬਣਾਓ ਤਾਂ ਕਿ ਜਿਹੜੇ ਕੋਵਿਡ ਪੇਸ਼ੈਂਟ ਦੀ ਜਿਹੜਾ ਡੈਥ ਰੇਟ ਹੈ ਉਹਨੂੰ ਘਟਾਇਆ ਜਾ ਸਕੇ, ਉਹਨਾਂ ਦੀ ਕੇਅਰ ਜ਼ਿਆਦਾ ਹੋ ਸਕੇ। ਚੰਡੀਗੜ੍ਹ ਵਿੱਚ ਵੱਡੇ ਹਸਪੀਟਲ 4-5 ਹੈਗੇ ਆ, ਜਿਨ੍ਹਾਂ ਵਿੱਚੋਂ 32, 16 ਅਤੇ PGI ਤਾਂ ਮੇਨ ਹੈਗੇ, ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, UP ਤੱਕ ਦੇ ਪੇਸ਼ੈਂਟ ਆਉਂਦੇ ਆ। ਔਰ ਜਿਹੜੀ ਸਰਕਾਰੀ ਫਿਗਰ ਆ ਰਹੀ ਹੈ ਡੈਥ ਰੇਟ ਦੀ ਉਹ 14 ਆਈ ਆ, ਮਤਲਬ ਕਿ ਕੱਲ੍ਹ ਜਿਹੜੇ 14 ਪੇਸ਼ੈਂਟ ਸੀਗੇ ਉਹਨਾਂ ਦੀ ਡੈਥ ਹੋਈ ਹੈ ਕੋਵਿਡ ਦੇ ਜਿਹੜੇ ਪੇਸ਼ੈਂਟ ਸੀਗੇ। ਔਰ ਕੱਲ੍ਹ ਜਿਹੜੀ ਇਹ ਫਿਗਰ ਹੈ ਇਹ ਹਾਈਐਸਟ ਹੈ। ਪਰ ਅਸੀਂ ਤੁਹਾਨੂੰ ਦੱਸ ਦਈਏ ਵੀ ਚੰਡੀਗੜ੍ਹ ਵਿੱਚ ਸਿਰਫ 32 ਤੇ PGI 32 ਦਾ ਜਿਹੜਾ ਸਰਕਾਰੀ ਹਸਪੀਟਲ ਹੈ ਤੇ PGI ਜਿਹੜਾ ਕਿ ਮਤਲਬ ਕਿ ਜਿਹੜੇ ਬਾਕੀ ਸਟੇਟਾਂ ਦਾ ਮੇਨ ਹਸਪੀਟਲ ਹੈ ਉੱਥੋਂ 2 ਹਸਪੀਟਲਾਂ ਵਿੱਚੋਂ ਹੀ ਕੱਲ੍ਹ 18 ਪੇਸ਼ੈਂਟ ਦੀ ਡੈਥ ਹੋਈ ਹੈ। 18 ਡੈੱਡ ਬੋਡੀਜ਼ ਇਸੀ ਸ਼ਮਸ਼ਾਨ ਘਾਟ, ਅਸੀਂ ਇਸ ਸਮੇਂ ਸੈਕਟਰ 25 ਦੇ ਸ਼ਮਸ਼ਾਨ ਘਾਟ 'ਚ ਖੜ੍ਹੇ ਹਾਂ। ਇਸੀ ਸ਼ਮਸ਼ਾਨ ਘਾਟ ਵਿੱਚ ਕੱਲ੍ਹ 18 ਬੋਡੀਜ਼ ਜਲਾਈਆਂ ਗਈਆਂ। ਤੁਸੀਂ ਦੇਖੋ ਮੈਂ ਸਰਕਾਰੀ ਫਿਗਰ 14 ਆ ਰਹੀ ਹੈ, ਪੂਰੇ ਚੰਡੀਗੜ੍ਹ 'ਚੋਂ 14 ਪੇਸ਼ੈਂਟਸ ਆ ਰਹੇ ਆ, ਪਰ ਦੂਜੇ ਪਾਸੇ ਸਿਰਫ 2 ਹਸਪੀਟਲਾਂ 'ਚ ਜਿਹੜੀ ਡੈਥ ਹੋਈ ਆ ਉਹ 18 ਹੋਈ ਆ ਕੋਵਿਡ ਪੇਸ਼ੈਂਟਸ ਦੀ ਹੋਈ ਆ। ਸਾਡੇ ਨਾਲ ਨੋਡਲ ਆਫੀਸਰ ਨੇ ਜਿਹੜੇ ਕਿ BSF ਤੋਂ ਐਜ ਏ DIG ਰਿਟਾਇਰ ਹੋਏ ਆ, ਉਸ ਤੋਂ ਬਾਅਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਨੋਡਲ ਆਫੀਸਰ ਅਪੁਆਇੰਟ ਕੀਤਾ ਹੈ। ਇਹ 2 ਹਸਪੀਟਲਾਂ ਦੀ ਜਿੰਨੀ ਵੀ ਕੋਵਿਡ ਡੈਥ ਹੁੰਦੀ ਹੈ ਉਹਨਾਂ ਦੀ ਡੈੱਡ ਬੋਡੀ ਹਸਪੀਟਲ ਤੋਂ ਰਿਸੀਵ ਕਰਦੇ ਆ। ਉਸ ਤੋਂ ਬਾਅਦ ਉਹ ਡੈੱਡ ਬੋਡੀ ਆਪਣੀ ਸੁਰੱਖਿਆ 'ਚ ਇੱਥੇ ਲੈ ਕੇ ਆਉਂਦੇ ਨੇ, ਸ਼ਮਸ਼ਾਨ ਘਾਟ ਲੈ ਕੇ ਆਉਂਦੇ ਨੇ ਔਰ ਆਪਣੇ ਸਾਹਮਣੇ ਉਹ ਡੈੱਡ ਬੋਡੀ ਜਿਹੜੀ ਆ ਇਹ ਜਲਾਉਂਦੇ ਨੇ। ਸਾਡੇ ਨਾਲ ਮੋਹਨ ਜੀ ਆ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੋਹਨ ਜੀ, ਇਹ ਕੀ ਕਹਾਣੀ ਆ? ਤੁਸੀਂ ਨੋਡਲ ਆਫੀਸਰ ਹੋ PGI ਦੇ ਤੇ 32 ਸੈਕਟਰ 32 ਹਸਪੀਟਲ ਦੇ, ਸਰਕਾਰੀ ਹਸਪੀਟਲ ਦੇ। ਕੱਲ੍ਹ ਤੁਸੀਂ 18 ਡੈੱਡ ਬੋਡੀਜ਼ 2 ਹਸਪੀਟਲ ਦੀਆਂ ਲੈ ਕੇ ਆਏ, ਪਰ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕੱਲ੍ਹ ਫਿਗਰ ਜਾਰੀ ਕੀਤੀ ਉਹ ਫਿਗਰ ਸੀਗੀ ਸਿਰਫ 14। ਮਤਲਬ ਕਿ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਪੂਰੇ ਚੰਡੀਗੜ੍ਹ 'ਚ ਕੋਵਿਡ ਪੇਸ਼ੈਂਟਸ ਦੀ ਜਿਹੜੀ ਡੈਥ ਹੋਈ ਆ ਉਹ 14 ਹੋਈ ਆ ਔਰ ਕੱਲ੍ਹ ਹਾਈਐਸਟ ਸੀਗੀ, ਜਦ ਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ 15 ਤੋਂ 20 ਡੈੱਡ ਬੋਡੀਜ਼ ਡੇਲੀ ਫੂਕ ਰਹੇ ਹੋ ਔਰ ਕੱਲ੍ਹ ਤੁਸੀਂ 18 ਡੈੱਡ ਬੋਡੀਜ਼ ਲੈ ਕੇ ਆਏ। ਇਹ ਕੀ ਕਹਾਣੀ ਹੈ? ਇਸ ਤਰ੍ਹਾਂ ਹੈ, ਅਸੀਂ 32 ਹਸਪੀਟਲ ਔਰ PGI ਦੀਆਂ ਡੈੱਡ ਬੋਡੀਜ਼ ਡਿਸਪੋਜ਼ਲ ਲਈ ਟਰਾਂਸਪੋਰਟ ਕਰਦੇ ਹਾਂ ਔਰ 32 ਹਸਪੀਟਲ ਔਰ PGI ਇੱਕ ਸੈਂਟਰਲ ਹਸਪੀਟਲ ਹੈਗੀ ਹੈ। ਇੱਥੋਂ ਸਿਰਫ PGI ਚੰਡੀਗੜ੍ਹ ਦੇ ਹੀ ਕੇਸ ਨਹੀਂ ਆਉਂਦੇ, ਇਹ ਬਾਹਰਲੇ ਕੇਸ ਵੀ ਆਉਂਦੇ ਆ। ਜਿੱਦਾਂ ਪੰਜਾਬ ਤੋਂ ਕੇਸ ਆ ਗਿਆ, UP ਤੋਂ ਕੇਸ ਆ ਗਿਆ ਜਾਂ ਹਰਿਆਣਾ ਤੋਂ ਕੇਸ ਆ ਗਏ, ਤਾਂ ਉਹ ਸਾਰੀਆਂ ਜਿਹੜੀਆਂ ਕੋਵਿਡ ਤੋਂ ਡੈਥ ਹੁੰਦੀਆਂ PGI ਔਰ 32 ਹਸਪੀਟਲ ਉਹ ਇਸ ਫਿਗਰ 'ਚ ਆਉਂਦੀਆਂ, जद कि 14 हो सकता है वो सिर्फ चंडीगढ़ दियाँ हों, बाकी हिस्से 12 भी हों। लेकिन ये फैक्ट है कि फर्स्ट फेज़ के मुकाबले अभी वी आर अंडरगोइंग थ्रू ए वेरी सीरियस सेकंड फेज़ ऑफ कोविड केसेस। Earlier the maximum figure was 19, now that has been crossed and one day figure has gone to 20 also. Average figures for the last 1 week is 15 to 20 per day. That we are undergoing a very serious phase. We have to take all the precautions. It is a time to join our heads together, help each other, hold the hand of each other so that we are able to fight it strongly. Every one member of the society, it is a fight of every member of the society rather than of the administration. Let us join together, do at our level best, whatsoever is possible at our level. If someone is able to take care of himself, I think he is also contributing in our fight for the COVID. So if we are able to help each other, that is the best way, that's the only way rather we can fight for. ਮੋਹਨ ਜੀ, ਜਿੱਦਾਂ ਤੁਸੀਂ ਗੱਲ ਕੀਤੀ ਵੀ ਤੁਸੀਂ ਇੱਕ ਦਿਨ 20 ਡੈੱਡ ਬੋਡੀਜ਼ ਵੀ ਤੁਸੀਂ ਆਪ ਆਪਣੇ ਹੱਥੋਂ ਜਲਾਈਆਂ 2 ਹਸਪੀਟਲਾਂ ਦੀਆਂ,
ਤੇ ਅਗਰ ਮੈਂ ਸੋਥੋਂ ਜਾਣਨਾ ਚਾਹਾਂ ਚੰਡੀਗੜ੍ਹ 'ਚ ਟੋਟਲ ਡੈਥ ਕਿੰਨੀ ਕੁ ਹੋ ਰਹੀ ਹੈ? ਜਿੱਦਾਂ ਕੱਲ ਤੁਸੀਂ 2 ਹਸਪੀਟਲ ਦੀਆਂ ਸਿਰਫ 18 ਸੀਗੀਆਂ, ਤਾਂ ਤੁਹਾਨੂੰ ਕੋਈ ਅੰਦਾਜ਼ਾ ਹੈਗਾ ਜਾਂ ਤੁਹਾਡੇ ਕੋਲ ਅਜਿਹੀ ਫਿਗਰ ਹੈਗੀ ਆ ਵੀ ਟੋਟਲ ਕੋਵਿਡ ਦੀ ਡੈਥ ਚੰਡੀਗੜ੍ਹ 'ਚ ਕਿੰਨੀ ਸੀਗੀ? ऐसा एग्जैक्टली कोई सेंट्रली फिगर तो मॉनिटरिंग एजेंसी तो आई डोंट थिंक एनी वन कैन गिव द फिगर, बट yes, they 2 hospitals, 16 wale they have their own team, and apart from this private hospitals also sometimes whenever the COVID death takes place, they straightway their team comes and dispose of the body. So we can add another 5 to 4 to 5 to 22 23 daily deaths within the complex of Chandigarh. I think that is a rough estimate, or exact estimates the only some agency can tell. ਇੱਕ ਹੋਰ ਮੋਹਨ ਜੀ ਗੱਲ ਜਿਹੜੀ ਮੈਨੂੰ ਪਤਾ ਲੱਗੀ ਆ, ਉਹ ਪਤਾ ਲੱਗੀ ਆ ਵੀ ਸੈਕਟਰ 25 ਦਾ ਜਿਹੜਾ ਇਹ ਸ਼ਮਸ਼ਾਨ ਘਾਟ ਹੈ, ਇਹ ਬੜਾ ਪੁਰਾਣਾ ਸ਼ਮਸ਼ਾਨ ਘਾਟ ਹੈ ਵੀ ਹੁਣ ਸਥਿਤੀ ਇੰਨੀ ਜ਼ਿਆਦਾ ਖਰਾਬ ਹੋ ਗਈ ਆ, ਇੱਥੇ ਇਹ ਵੀ ਛੋਟਾ ਪੈਣ ਲੱਗ ਗਿਆ, ਇਹ ਵੀ ਛੋਟਾ ਪੈਣ ਲੱਗ ਗਿਆ, ਔਰ ਜਿਸ ਕਰਕੇ ਜਿਹੜਾ ਇੰਡਸਟਰੀ ਏਰੀਆ ਵਾਲਾ ਸ਼ਮਸ਼ਾਨ ਘਾਟ ਹੈ ਜਿਹੜਾ ਕਿ ਅੱਜ ਤੱਕ ਬੰਦ ਪਿਆ ਸੀਗਾ, ਮਜਬੂਰੀ 'ਚ ਉਹਨੂੰ ਸ਼ੁਰੂ ਕਰਨਾ ਪਿਆ। ਇਸ 'ਚ ਕਿੰਨੀ ਕੁ ਸੱਚਾਈ ਹੈ? ये एक फैक्ट पहले अर्लियर when first phase started, there used to be hardly 2 or 3 bodies, and it was to be disposed of at the electric cremation. Then only we could estimate that it can take only 5 bodies. Then the number of the bodies increased. Then we permitted the cremation at the 25 sectors on the wooden system, our traditional system. It was permitted, and we continued. With the passage of time, the number of body increased, and administration has to reactivate the cremation ground at industrial area, and that started. Now we are disposing of the bodies at both the places, at 25 also, at machine electric cremation is also taking place, and industrial area that is also taking place. ਇੱਕ ਆਪਾਂ 25 'ਚ ਖੜੇ ਆ, 25 'ਚ ਇੱਥੇ ਲੱਕੜ ਵਾਲੇ ਨਾਲ ਵੀ ਜਲਾਈ ਜਾਂਦੀ ਹੈ, ਦੂਜੀ ਇਲੈਕਟ੍ਰਿਕ ਵੀ ਹੈਗੀ ਆ, ਤੇ ਆਪਾਂ ਇਲੈਕਟ੍ਰਿਕ ਜਲਾ ਰਹੇ ਆ ਜਦੀ ਕਿਉਂਕਿ ਕੋਵਿਡ ਦਾ ਇੱਕ ਇਹ ਵੀ ਕਿਹਾ ਜਾਂਦਾ ਸੀਗਾ ਵੀ ਕੋਵਿਡ ਪੇਸ਼ੈਂਟ ਦੀ ਜਦੀ ਡੈਥ ਹੁੰਦੀ ਹੈ ਤਾਂ ਉਹਨੂੰ ਇਲੈਕਟ੍ਰਿਕ ਹੀ ਜਲਾਇਆ ਜਾਏਗਾ, ਉਹਨੂੰ ਓਪਨ 'ਚ ਨਹੀਂ ਜਲਾਇਆ ਜਾਏਗਾ। ਇਹ ਵੀ ਇੱਕ ਪਹਿਲੇ ਸਾਇੰਟੀਫਿਕ ਇੱਕ ਕਾਰਨ ਆਇਆ ਸੀਗਾ। यस, एक साइंटिफिक रीजन इनिशियली स्टेज में जो आया था, और that may be scientifically truth or not, I am not able to comment it, but initially we started only at the electric cremation. Perhaps that our capacity was limited, so we had to resort to the wooden system, and it is a society also believes that this wooden cremation as per the previous system is much better. They want to do it. The society wants to that लकड़ी पर ही काम करना चाहिए, और उसमें एक फेथ की बात है। ਚਲੋ ਮੈਂ ਤੁਹਾਡੀ ਗੱਲ ਮੰਨ ਲੈਣਾ ਸੁਸਾਇਟੀ ਵਾਲਾ, ਮੈਨੂੰ ਇਹ ਵੀ ਗੱਲ ਪਤਾ ਲੱਗੀ ਹੈ ਵੀ ਜਿਹੜਾ ਸਾਡਾ ਇਲੈਕਟ੍ਰਿਕ ਸਿਸਟਮ ਹੈ ਉਸ 'ਚ ਇੰਨੀ ਜ਼ਿਆਦਾ ਡੈੱਡ ਬੋਡੀ ਜਲਾਈ ਨਹੀਂ ਜਾ ਸਕਦੀ, ਉਸ ਦੀ ਕਪੈਸਿਟੀ ਨਹੀਂ ਹੈ, ਇਸ ਕਰਕੇ ਮਜਬੂਰੀ 'ਚ ਲੱਕੜੀ ਯੂਜ਼ ਕਰਨੀ ਪੈ ਰਹੀ ਹੈ। Yes, we have the 2 platforms only here at the electric cremation, and one body takes 3 to 4 hours. So even if we start at 9 o'clock, only 4 to 6 bodies can be cremated. But the reason is the body is not available at the hospital exactly at 9 o'clock. The relatives will come, the people will come, they will pack the bodies, then so many coordination. At the earliest, body is available at 11:30 or so at both the hospitals. So if we start at 11:30 at the electric cremation, we shall be able to cremate only 4 to maximum 4. Ultimately, if it is late, it may be 6. But the 18 bodies and 20 bodies, we have to either augment the capacity of the electric cremation or resort to the traditional methods. So this is the way. ਸਰ ਜਿਹੜਾ ਮਤਲਬ ਕਿ ਤੁਸੀਂ ਕਿਹਾ ਵੀ ਜਿਹੜਾ 25 ਦਾ ਕ੍ਰੀਮੇਸ਼ਨ ਗਰਾਊਂਡ ਹੈ ਇਹ ਛੋਟਾ ਪੈਣ ਲੱਗ ਗਿਆ, ਜਿਸ ਕਰਕੇ ਇੰਡਸਟਰੀ ਏਰੀਆ ਖੋਲ੍ਹਿਆ, ਅਤੇ ਕੀ ਜਿੱਦਾਂ ਜਿਸ ਹਿਸਾਬ ਨਾਲ ਕੇਸ ਵੱਧ ਰਿਹਾ, ਡੈਡ ਰੇਸ਼ੋ ਜਿਹੜੀ ਆ ਲਗਾਤਾਰ ਚੰਡੀਗੜ੍ਹ ਦੀ ਵੱਧ ਰਹੀ ਹੈ,
ਤਾਂ ਕੁਝ ਹੋਰ ਵੀ ਕੋਈ ਪਲੈਨਿੰਗ ਹੈ ਵੀ ਇੰਡਸਟਰੀ ਏਰੀਆ ਤੋਂ ਬਾਅਦ ਕੋਈ ਜਦੀ ਉਹ ਵੀ ਸਾਨੂੰ ਛੋਟਾ ਪੈ ਗਿਆ ਤਾਂ ਅਸੀਂ ਕੋਈ ਤੀਜਾ ਕੋਈ ਸੋਚ ਕੇ ਚੱਲ ਰਹੇ ਹਾਂ, ਕੋਈ ਸਾਡੀ ਪਲੈਨਿੰਗ ਹੈਗੀ ਹੈ? I think if we calculated both the places, industrial area and new places have the sufficient places, and sufficient platforms are there, and let us hope for the best. The body doesn't increase, and why should we create unnecessary alarm? Let us confine ourselves that we have the so far as we have the sufficient, and let us hope for the best that such things doesn't increase. We have reached the peak. And even if it multiplies a little bit, we have the sufficient capacity at the industrial area and 25 also. There is no such issue, I think. ਚਲੋ ਥੈਂਕ ਯੂ। Thank you. ਇਹ ਸੀਗੇ ਮੋਹਨ ਜੀ ਜਿਹੜੇ ਕਿ ਨੋਡਲ ਆਫੀਸਰ ਨੇ ਪੀਜੀਆਈ ਦੇ ਔਰ ਸੈਕਟਰ 32 ਸਰਕਾਰੀ ਹਸਪਤਾਲ ਦੇ। ਉੱਥੇ ਕੋਵਿਡ ਦੀਆਂ ਜਿੰਨੀਆਂ ਡੈਥਸ ਹੁੰਦੀਆਂ ਇਹ ਸਾਰੀਆਂ ਡੈੱਡ ਬੋਡੀਜ਼ ਇਹਨਾਂ ਦੀ ਰਿਸਪੌਂਸਿਬਿਲਟੀ ਹੈ, ਇਹ ਉੱਥੋਂ ਲੈਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀ ਕ੍ਰੀਮੇਸ਼ਨ ਕਰਦੇ ਨੇ। ਇੱਥੇ 25 ਸ਼ਮਸ਼ਾਨ ਘਾਟ ਲੈ ਕੇ ਜਾਂਦੇ ਨੇ ਔਰ ਇੱਕ ਇੰਡਸਟਰੀ ਏਰੀਆ ਲੈ ਕੇ ਜਾਂਦੇ ਨੇ। ਜਿੱਦਾਂ ਮੋਹਨ ਜੀ ਨੇ ਕਿਹਾ ਵੀ ਅਸੀਂ ਹੋਪ ਕਰਦੇ ਹਾਂ ਵੀ ਜਿਹੜੀ ਡੈਥ ਹੈ ਉਹ ਹੋਰ ਜ਼ਿਆਦਾ ਇੰਕਰੀਜ਼ ਨਾ ਹੋਵੇ, ਪਰ ਦੂਜੇ ਪਾਸੇ ਜਿਹੜੇ ਸਾਇੰਟੀਫਿਕ ਜਿਹੜੀ ਫਿਗਰਸ ਆ ਰਹੀਆਂ ਜਾਂ ਸਾਇੰਟਿਸਟ ਜਿਹੜੀ ਗੱਲ ਕਰ ਰਹੇ ਨੇ, ਡਾਕਟਰ ਗੱਲ ਕਰ ਰਹੇ ਨੇ, ਉਹ ਕਹਿ ਰਹੇ ਨੇ ਵੀ ਇਹ ਦੂਜੀ ਲਹਿਰ ਆ ਔਰ ਤੀਜੀ ਲਹਿਰ ਕੋਵਿਡ ਦੀ ਕਦੀ ਵੀ ਆ ਸਕਦੀ ਆ, ਔਰ ਜਦੋਂ ਤੀਜੀ ਲਹਿਰ ਆਏਗੀ ਤਾਂ ਜਿਹੜੀ ਪੇਸ਼ੈਂਟ ਦੀ ਡੈਥ ਰੇਸ਼ੋ ਹੈ ਇਹ ਬਹੁਤ ਜ਼ਿਆਦਾ ਵੱਧ ਜਾਏਗੀ। ਮਤਲਬ ਕਿ ਔਰ ਦੂਜੇ ਪਾਸੇ ਮੋਹਨ ਜੀ ਨੇ ਇਹ ਵੀ ਦੱਸਿਆ ਵੀ ਜਿਹੜਾ ਸਾਡਾ ਇੱਥੇ ਇਲੈਕਟ੍ਰਿਕ ਸਿਸਟਮ ਹੈ ਉੱਥੇ ਸਿਰਫ 4 ਤੋਂ 5 ਡੈੱਡ ਬੋਡੀਜ਼ ਜਿਹੜੀਆਂ ਉਹ ਕ੍ਰੀਮੇਸ਼ਨ ਉਹਨਾਂ ਦਾ ਕੀਤਾ ਜਾ ਸਕਦਾ, ਬਾਕੀ ਮਜਬੂਰੀ 'ਚ ਉਹਨਾਂ ਨੂੰ ਲੱਕੜ ਲਗਾ ਕੇ ਹੀ ਕ੍ਰੀਮੇਸ਼ਨ ਕਰਨਾ ਮਜਬੂਰੀ ਬਣ ਗਈ ਆ। ਹਾਲਾਂਕਿ ਸਾਇੰਟੀਫਿਕ ਇਹ ਮਨਾ ਕੀਤਾ ਗਿਆ ਸੀ, ਪਰ ਕਿਉਂਕਿ ਡੈੱਡ ਬੋਡੀਜ਼ ਦੀ ਜਿਹੜੀ ਸੰਖਿਆ ਉਹ ਲਗਾਤਾਰ ਵੱਧ ਰਹੀ ਹੈ, ਜਿਸ ਕਰਕੇ ਮਜਬੂਰੀ ਵਸ਼ ਇਹ ਕੀਤਾ ਜਾ ਰਿਹਾ। ਮੋਹਨ ਜੀ ਨੇ ਇੱਕ ਗੱਲ ਹੋਰ ਕੀਤੀ, ਉਹਨਾਂ ਨੇ ਕਿਹਾ ਵੀ ਜਿਹੜਾ 32 ਅਤੇ 16 ਦੇ ਜਿਹੜਾ 32 ਅਤੇ ਪੀਜੀਆਈ ਦੇ ਹਸਪੀਟਲ 'ਚੋਂ ਜਿਹੜੀ ਡੈੱਡ ਬੋਡੀਜ਼ ਆ ਰਹੀਆਂ ਉਹ 15 ਤੋਂ 20 ਦੇ ਵਿੱਚ ਆ ਰਹੀਆਂ, ਜਦ ਕਿ ਉਹਨਾਂ ਦਾ ਅੰਦਾਜ਼ਾ ਹੈ ਵੀ ਚੰਡੀਗੜ੍ਹ 'ਚ ਜਿਹੜੀ ਟੋਟਲ ਡੈਥ ਹੋ ਰਹੀ ਆ ਉਹ 23-24 ਦੇ ਕਰੀਬ ਹੈਗੀਆਂ। ਅਤੇ ਦੂਜੇ ਪਾਸੇ ਜਿਹੜਾ ਪ੍ਰਸ਼ਾਸਨ ਵੱਲੋਂ ਫਿਗਰ ਜਾਰੀ ਕੀਤੀ ਜਾ ਰਹੀ ਹੈ ਉਹ 10, 12, 13, 14 ਜਿਹੜੀ ਫਿਗਰ ਹੈ ਉਹ ਅੱਜ ਦੀ ਹਾਈਐਸਟ ਫਿਗਰ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਸੱਚਾਈ ਕੀ ਹੈ ਔਰ ਸੱਚਾਈ ਤੋਂ ਇਹ ਫਿਗਰਾਂ ਕਿੰਨੀਆਂ ਕੁ ਪਰੇ ਹੈਗੀਆਂ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ। ਮੀਆਂ ਰਫੀਕ ਮੁਹੰਮਦ ਸਾਰੀਆਂ ਥਾਵਾਂ ਤੋਂ ਮਾਯੂਸ ਅਤੇ ਨਿਰਾਸ਼ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਮੋਬਾਈਲ 84 374 94647 84 374 94648। पंडित राधे शर्मा चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाह प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।